Next question अपने को example 70. The sum of the perimeters of a circle and square is k, where k is a constant. Prove that the sum of their areas is least when the side of the square is the double of the radius of the circle. ਸਾਨੂੰ given है कि ਸਰਕਲ ਦਾ ਤੇ ਸਕੁਆਇਰ ਦਾ ਪੈਰੀਮੀਟਰ ਦਾ ਸਮ ਕੀ ਹੈ ਤੇ ਅਸੀਂ ਪ੍ਰੂਵ ਕਰਨਾ ਵੀ ਉਹਨਾਂ ਦੇ ਏਰੀਆਜ਼ ਦਾ ਸਮ ਲੀਸਟ ਮਤਲਬ ਮਿਨੀਮਮ ਹੋਏਗਾ ਜਦੋਂ ਸਕੁਆਇਰ ਦੀ ਸਾਈਡ ਸਰਕਲ ਦੀ ਰੇਡੀਅਸ ਦੀ ਡਬਲ ਹੋਏਗੀ। ਠੀਕ ਹੈ, ਤਾਂ ਅਸੀਂ ਲੈਟ ਕਰ ਲਿਆ, ਲੈਟ x ਬੀ ਦਾ ਸਾਈਡ ਆਫ ਦਾ ਸਕੁਆਇਰ ਐਂਡ r ਬੀ ਦਾ ਰੇਡੀਅਸ ਆਫ ਦਾ ਸਰਕਲ। ਤਾਂ ਹੁਣ ਅਸੀਂ ਥੋੜਾ ਜਿਹਾ ਪ੍ਰੂਵ ਕਰਨ ਵੱਲ ਦੇਖ ਲਈਏ। ਪ੍ਰੂਵ ਅਸੀਂ ਕੀ ਕਰਨਾ ਹੈ? ਪ੍ਰੂਵ ਅਸੀਂ ਕਰਨਾ ਹੈ ਵੀ ਰੇਡੀਅਸ ਹੈ ਜਿਹੜੀ ਸਰਕਲ ਦੀ ਸੌਰੀ ਸਕੁਆਇਰ ਦੀ ਸਾਈਡ ਹੈ x, ਉਹ ਸਰਕਲ ਦੀ ਰੇਡੀਅਸ ਦੀ ਡਬਲ ਹੈ, ਯਾਨੀ x = 2r। ਆ ਚੀਜ਼ ਅਸੀਂ ਪ੍ਰੂਵ ਕਰਨੀ ਹੈ ਐਂਡ 'ਚ। ਠੀਕ ਹੈ, ਤਾਂ ਸ਼ੁਰੂ ਕਰਦੇ ਅਸੀਂ। ਸਮ ਆਫ देयर ਪੈਰੀਮੀਟਰਸ ਕੀ ਲੈ ਲਿਆ ਸੀ, ਇਕੁਅਲਸ ਟੂ ਕਿੰਨਾ ਹੋਏਗਾ 4x + 2πr। 4x ਕਿਵੇਂ ਆ ਗਿਆ? ਸਮ ਆਫ ਦਾ ਸੌਰੀ ਸਕੁਆਇਰ ਦਾ ਜਿਹੜਾ ਪੈਰੀਮੀਟਰ ਕਿੰਨਾ ਹੁੰਦਾ? ਸਕੁਆਇਰ ਦਾ ਪੈਰੀਮੀਟਰ 4 ਇੰਟੂ ਸਾਈਡ, ਤੇ ਇਹਦੀ ਇੱਕ ਸਾਈਡ ਕਿਉਂਕਿ x ਸੀਗੀ ਤਾਂ 4 ਇੰਟੂ x ਹੋ ਗਿਆ। ਤੇ ਸਰਕਲ ਦਾ ਜਿਹੜਾ ਪੈਰੀਮੀਟਰ ਹੈ ਜਿਹਨੂੰ ਅਸੀਂ ਸਰਕਮਫਰੈਂਸ ਕਹਿੰਦੇ ਆ, ਉਹ 2πr ਹੁੰਦੇ, ਸਾਨੂੰ ਪਤਾ ਹੈ। ਤਾਂ p ਦੀ ਵੈਲਿਊ ਆ ਗਈ 4x + 2πr। ਤੇ ਸਾਨੂੰ ਵੈਲਿਊ ਗਿਵਨ ਹੈ ਕਿ ਪੈਰੀਮੀਟਰ ਦਾ ਸਮ ਦਿੱਤਾ ਹੈ ਨਾ ਕਿ, ਤਾਂ ਅਸੀਂ p ਦੀ ਥਾਂ ਤੇ k ਲਿਖ ਲਿਆ, k = 4x + 2πr। ਇੱਥੋਂ x ਦੀ ਜਾਂ r ਦੀ ਇੱਕ ਦੀ ਵੈਲਿਊ ਫਾਈਂਡ ਕਰ ਲਾਂਗੇ, ਤੇ ਅਸੀਂ ਇੱਥੇ r ਦੀ ਵੈਲਿਊ ਫਾਈਂਡ ਕੀਤੀ ਹੈ। r ਦੀ ਵੈਲਿਊ ਕਿਵੇਂ ਹੋਏਗੀ? k - 4x ਪਹਿਲਾਂ ਤਾਂ, ਫਿਰ ਆ 2π ਨਾਲ ਕੇ ਡਿਵਾਈਡ ਹੋ ਜਾਊਗਾ। k - 4x/2π ਹੈ ਸਾਡੀ r ਦੀ ਵੈਲਿਊ। ਹੁਣ ਅਸੀਂ ਏਰੀਆ ਡਿਸਕਸ ਕਰੀਏ, ਕਿਉਂਕਿ ਏਰੀਆ ਲੀਸਟ ਅਸੀਂ ਪ੍ਰੂਵ ਕਰਨਾ। ਠੀਕ ਹੈ ਨਾ, ਘੱਟੋ ਘੱਟ ਮਿਨੀਮਾਈਜ਼ ਕਰਨਾ ਸੀ ਏਰੀਆ। ਤਾਂ ਏਰੀਆ ਕਿੰਨਾ ਹੋਏਗਾ? ਸਕੁਆਇਰ ਦਾ ਏਰੀਆ ਕਿੰਨਾ? ਸਾਈਡ ਦਾ ਸਕੁਆਇਰ x² ਹੋ ਗਿਆ, ਤੇ ਸਰਕਲ ਦਾ ਏਰੀਆ πr² ਹੁੰਦਾ, ਸਾਨੂੰ ਪਤਾ। ਠੀਕ ਹੈ ਨਾ, r ਦੀ ਅਸੀਂ ਵੈਲਿਊ ਪੁੱਟ ਕਰ ਦਾਂਗੇ k - 4x/2π, k - 4x/2π। ਉੱਪਰ a - b ਹੋਲ ਸਕੁਆਇਰ ਵਾਲੇ ਫਾਰਮੂਲੇ ਨਾਲ ਖੋਲ ਲਓ, ਹੇਠਾਂ 4π² ਹੋ ਜਾਏਗਾ। ਪਾਈ ਨਾਲ ਇੱਕ ਜਿਹੜਾ ਪਾਈ ਹੈ ਉਹ ਕੱਟਿਆ ਜਾਏਗਾ। ਠੀਕ ਹੈ, ਤਾਂ 4π ਹੈ ਜਿਹੜਾ ਹੇਠਾਂ ਆ ਜਾਏਗਾ, ਤੇ ਉਹ ਤੋਂ ਬਾਅਦ LCM ਲੈ ਲਾਂਗੇ, ਸੋਲਵ ਕਰਾਂਗੇ, ਆ ਸਾਡਾ ਆਨਸਰ ਆ ਜਾਏਗਾ a ਦੀ ਵੈਲਿਊ। ਇਹਦੇ ਚੋਂ 4π ਕੌਂਸਟੈਂਟ ਨੂੰ ਬਾਹਰ ਕੱਢ ਕੇ 1/4π ਕਰਕੇ ਡਿਫਰੈਂਸ਼ੀਏਟ ਕਰ ਦਾਂਗੇ। dA/dx = ਕਿੰਨਾ ਆ ਜਾਏਗਾ? ਆ 1/4π ਕੌਂਸਟੈਂਟ ਹੈ, ਬਾਹਰ ਲਿਖ ਲਿਆ, ਤੇ ਇਹਦੀ ਡਿਫਰੈਂਸ਼ੀਏਸ਼ਨ ਅਸੀਂ ਕਰ ਦੇਣੀ ਹੈ। ਤਾਂ ਇਹ ਆ ਜਾਊਗਾ 8πx, ਇਹਦਾ ਡਿਫਰੈਂਸ਼ੀਏਸ਼ਨ 0 ਹੋ ਜਾਏਗਾ, ਇਹਦਾ 8k ਹੋ ਜਾਏਗਾ, ਇਹਦਾ 32x। ਠੀਕ ਹੈ ਨਾ, ਇਹ ਚੋਂ 8 ਕਾਮਨ ਕੱਢ ਲਿਆ, 8 ਤੇ 4 ਇੱਥੇ ਕੱਟੇ ਜਾਣਗੇ, ਤੇ 2 ਆ ਜਾਊਗਾ। ਠੀਕ ਹੈ, 2/π × ਹੁਣ ਇਹਨੂੰ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ ਅਸੀਂ =0 ਪੁੱਟ ਕਰ ਦਾਂਗੇ। ਠੀਕ ਹੈ, ਆ ਕੌਂਸਟੈਂਟ ਹੈ, ਇਹ ਇੱਧਰ 2 ਆਪਣਾ 0 ਨਾਲ ਡਿਵਾਈਡ ਹੋ ਕੇ 0 ਹੋ ਜਾਏਗਾ, ਆ ਚੀਜ਼ ਬਚੂਗੀ =0। ਇਹਦੇ ਚੋਂ x ਦੀ ਕਿਉਂਕਿ ਅਸੀਂ ਵੈਲਿਊ ਫਾਈਂਡ ਕਰਨੇ, ਇੱਕ ਪਾਸੇ ਰੱਖ ਲਾਂਗੇ, ਬਾਕੀ ਦਾ ਜਿਹੜੇ ਟਰਮ ਹੈ ਬਿਨਾਂ x ਵਾਲੇ ਕੌਂਸਟੈਂਟ ਉਹ ਰਾਈਟ ਹੈਂਡ ਸਾਈਡ 'ਤੇ। ਤਾਂ k ਨੂੰ ਅਸੀਂ ਰਾਈਟ ਹੈਂਡ ਸਾਈਡ 'ਤੇ ਲਿਆਂਦਾ, ਇੱਥੋਂ ਅਸੀਂ x ਕਾਮਨ ਕੱਢ ਲਿਆ, ਤਾਂ ਇਹ ਹੋ ਜਾਊਗਾ 4 + π ਜਾਂ π + 4 इंटू x = k। x = ਕੀ ਆ ਜਾਊਗਾ? x = ਕੀ ਆ ਜਾਊਗਾ? k/4 + π। x ਦੀ ਵੈਲਿਊ ਆ ਗਈ, ਕ੍ਰਿਟੀਕਲ ਪੁਆਇੰਟ ਆ ਗਿਆ। ਕ੍ਰਿਟੀਕਲ ਪੁਆਇੰਟ ਆ ਗਿਆ ਤਾਂ ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰੀਏ। ਆ ਕੌਂਸਟੈਂਟ ਹੈ, ਇਹਦਾ ਡਿਫਰੈਂਸ਼ੀਏਸ਼ਨ π ਹੋ ਜਾਏਗਾ, ਇਹਦਾ 0 ਹੋ ਜਾਏਗਾ, ਇਹਦਾ 4 ਹੋ ਜਾਏਗਾ। ਤਾਂ d²a/dx² = 2/π π + 4, ਤੇ d²a/dx² at x = k/4π 4 + π ਕੱਢਾਂਗੇ ਤਾਂ ਕਿੰਨਾ ਆ ਜਾਊਗਾ? ਇੰਨਾ ਹੀ ਆ ਜਾਊਗਾ, ਕਿਉਂਕਿ ਇਹ 'ਚ x ਹੈ ਹੀ ਨਹੀਂ ਸੀਗਾ। ਤਾਂ ਇਹ ਸਾਰੇ ਤੁਸੀਂ ਦੇਖ ਲਓ ਪੋਜ਼ੀਟਿਵ ਨੇ, ਸਭ ਕੋਈ ਵੀ ਨੈਗੇਟਿਵ ਨਹੀਂ ਇਹ 'ਚੋਂ। ਇਹਦਾ ਮਤਲਬ ਇਹ >0 ਹੋ ਗਿਆ। ਠੀਕ ਹੈ ਨਾ, >0 ਦਾ ਮਤਲਬ ਪੋਜ਼ੀਟਿਵ ਹੋ ਗਿਆ। ਇਹਦਾ ਮਤਲਬ ਕੀ ਹੈ? ਇਹ ਮਿਨੀਮਮ ਹੋਏਗਾ ਵੈਨ x = k/4 + π। ਠੀਕ ਹੈ ਨਾ, ਨਹੀਂ ਤਾਂ ਸਾਨੂੰ ਪਤਾ ਲੱਗ ਗਿਆ a ਮਿਨੀਮਮ x ਦੀ ਇਸ ਵੈਲਿਊ ਲਈ ਹੈ। ਹੁਣ ਜਦੋਂ x ਦੀ ਆਹ ਵੈਲਿਊ ਹੈ ਤਾਂ r ਦੀ ਕਿੰਨੀ ਵੈਲਿਊ ਹੋਏਗੀ? ਜੇ ਸਾਨੂੰ x ਦੀ ਵੈਲਿਊ ਪਤਾ ਹੈ ਤੇ ਉਹ ਤੋਂ ਅਸੀਂ r ਦੀ ਵੈਲਿਊ ਕੱਢ ਲਈਏ, ਤਾਂ ਹੀ ਅਸੀਂ ਚੈੱਕ ਕਰ ਸਕਾਂਗੇ ਵੀ ਕੀ x 2r ਦੇ ਬਰਾਬਰ ਹੈਗਾ ਕਿ ਨਹੀਂ। ਤਾਂ r ਦੀ ਅਸੀਂ ਵੈਲਿਊ ਫਾਈਂਡ ਕਰਦੇ ਹਾਂ, ਕਿਵੇਂ ਕੱਢਾਂਗੇ? ਇਹਦੇ ਵਿੱਚ ਅਸੀਂ x ਦੀ ਵੈਲਿਊ ਪੁੱਟ ਕਰ ਦੇਂਗੇ ਜੋ ਗਿਵਨ ਸੀ ਸਾਨੂੰ, ਜੋ ਅਸੀਂ ਫਾਈਂਡ ਕੀਤੀ ਸੀ। ਤਾਂ
ऐसे पुट करती सॉल्व किया आर की वैल्यू आ गई k/2 4 + पाई। ठीक है, हुण आ चीज़ तुहानूं पता ही दिखाई दे रही है k/4 + पाई k/4 + पाई ये की है x की वैल्यू ਇਹਦਾ मतलब x/2 हो गया तो r = x/2 2 इधर ले जाइए तो x = 2r हो गया आही असीं प्रूव करना सी। ठीक है जी। नेक्स्ट है साडे कोल एग्जाम्पल 18 अ टैंक विद rectangular base and rectangular sides open at the top is to be constructed so that its depth is 2 meter and its volume is 8 meter cube। एक टैंक बनाना है जिहदा बेस यानी जिहड़ा थल्ले फर्श हुंदा है वो रैक्टेंगुलर है ते जिहड़ियां साइड्स भी जिहड़ियां कंधां ने वो भी रैक्टेंगुलर ने उपरों खुला है टॉप जिहड़ा ओपन है टॉप। ठीक है, तो ਇਹਦਾ ਜਿਹੜੀ ਡੈਪਥ है ਡੈਪਥ कह लो या हाइट कह लो 2 मीटर है तो ਇਹਦਾ ਜਿਹੜਾ वॉल्यूम है वो 8 मीटर क्यूब है। अच्छा आगे की कहता है इफ द बिल्डिंग ऑफ टैंक कॉस्ट ₹70 पर स्क्वायर मीटर फॉर द बेस एंड ₹45 पर स्क्वायर मीटर फॉर साइड्स। बेस ਨੂੰ ਬਣਾਉਣ ਦਾ ਜਿਹੜਾ ਖਰਚਾ 1 ਸਕੁਆਇਰ ਮੀਟਰ ਦਾ ਖਰਚਾ 70 ਰੁਪਏ ਹੈ ਤੇ ਜਿਹੜੀਆਂ ਕੰਧਾਂ ਆ ਉਹਨਾਂ ਦਾ 1 ਸਕੁਆਇਰ ਮੀਟਰ ਨੂੰ ਬਣਾਉਣ ਦਾ ਖਰਚਾ ਜਿਹੜਾ 45 ਰੁਪਏ ਹੈ। What is the cost of least expensive tank? Least expensive, least मतलब सब तो घट, मिनिमम सब तो घट मतलब कॉस्ट वाला सब तो सस्ता टैंक बनाने वास्ते किन्नी कॉस्ट पेगी कितना खर्चा पेगा ये असीं पता लाना। यानी असीं इहदी कॉस्ट फाइंड करनी है बनाउण दी टैंक दी ते कॉस्ट नूं असीं मिनीमाइज़ करना ये साडा क्वेश्चन। ਤਾਂ ਇਹਦੇ 'ਚ ਅਸੀਂ ਸਾਨੂੰ ਹਾਈਟ ਤਾਂ ਦਿੱਤੀ ਹੋਈ ਸੀ ਲੈਂਥ ਤੇ ਬ੍ਰੈਡਥ ਅਸੀਂ ਲੈ ਲੈਣੀ ਹੈ x ਤੇ y ਤੇ ਫਿਰ ਜੋ ਸਾਨੂੰ ਗਿਵਨ ਉੱਥੋਂ ਸ਼ੁਰੂ ਕਰ ਲੈਣਾ ਸੀ ਵੋਲਿਊਮ ਗਿਵਨ ਹੈ ਵੋਲਿਊਮ ਤੋਂ ਸ਼ੁਰੂ ਕਰੋ v = LB × LBH ਹੁੰਦਾ ਤਾਂ ਇਹ 'ਚ ਲੈਂਥ ਸਾਨੂੰ ਪਤਾ ਹੈ x ਹੈ ਬ੍ਰੈਡਥ y ਹੈ ਹਾਈਟ ਹੈ ਜਿਹੜੀ 2 ਹੈ ਉਹ ਭਰ ਦੇਣੀ ਹੈ ਤਾਂ xy 8 = 2xy ਹੋ ਜਾਊਗਾ 2 ਇੱਧਰ ਜਾ ਕੇ ਡਿਵਾਈਡ ਹੋ ਕੇ 4 ਹੋ ਜਾਊਗਾ ਤੇ XY = 4 आ जाएगा x की y की वैल्यू कढ़ लेनी है 4/x। ठीक है, हुण क्योंकि बेस का जिहड़ा वो रेट अड है तो जिहड़ियां चारे वॉल्स ने उहदा रेट अड है तो असीं बेस का एरिया फाइंड करके फिर उहदी कॉस्ट अड फाइंड करांगे तो साइड का एरिया तो कॉस्ट अड फाइंड करांगे। तो पहला एरिया ऑफ द बेस ऑफ द टैंक की होएगा लेंथ इंटू ब्रैडथ हुंदा XY एच वाई की वैल्यू पुट कर दो 4/x एक्स नाल एक्स कैंसल होके 4 मीटर स्क्वायर है। हुण 1 स्क्वायर मीटर नूं बनाउण दा खर्चा 70 रुपीज़ है तो 4 स्क्वायर मीटर का खर्चा कितना हो जाएगा 4 × 70 डिवाइड = आ जाऊगा 480 रुपीज़। यह कॉस्ट हो गई बेस की। ठीक है ना, इस तरह साइड्स का एरिया कट के उन्होंने भी इस तरह ये मल्टीप्लाई करना 45 में तो साइड्स का एरिया कितना होंगे 2h × L + B। एच सब की वैल्यू पुट कर दो h की वैल्यू 2 L की वैल्यू x B की वैल्यू y फिर y की वैल्यू 4/x पुट करती हैं। इन्ने स्क्वायर मीटर हो गए ये साइड्स के ये कॉस्ट कितनी हो जाएगी 45 ना मल्टीप्लाई कर देंगे तो 45 × आ हो जाएगा 180 × x + 4/x। ठीक है, तो टोटल कॉस्ट टैंक की कितनी हो जाएगी वॉल्स का एरिया वॉल्स की कॉस्ट तो बेस की कॉस्ट ऐड कर देंगे। आ बेस की कॉस्ट है आह वॉल्स की जी चारे कंधां की कॉस्ट है दोनों ऐड करता ये सी की वैल्यू आ गई। हुण इन्हूं असीं डिफरेंशिएट करांगे असीं सी नूं डिफरेंशिएट करना पहले ही ए की वैल्यू नूं डिफरेंशिएट एरिया नूं नहीं डिफरेंशिएट करन लग जाना क्यों सानूं कॉस्ट मिनीमाइज़ करन नूं कहा है एरिया मिनीमाइज़ करन नूं नहीं कहा। जिहड़ी चीज़ मिनीमाइज़ करनी है असीं डिफरेंशिएशन उसे दा करांगे तो सी फाइंड हो गया हुण इहनूं असीं डिफरेंशिएट कर सकते हैं तो dc/dx आ तो 0 हो गया कॉन्सटेंट है आ कॉन्सटेंट बाहर मल्टीप्लाई एम जिवें पैर रहूगा ਇਹਦਾ डिफरेंशिएशन 1 4 कॉन्सटेंट है 1/x का डिफरेंशिएशन -1/x² ਹੁੰਦਾ तो यह आ गया dc/dx इनू = 0 पुट कर देंगे क्रिटिकल पॉइंट फाइंड करने वास्ते 180 मल्टीप्लाइड बाय दिस = 0 180 इधर आके 0 ना डिवाइड होकर 0 हो जाएगा तो फिर आ जी चीज़ नैगेटिव इधर ले जाओ पॉजिटिव हो जाएगी तो 4/x² = 1 हो जाएगा x² = x² इधर आके मल्टीप्लाई हो जाएगा तो x² = 4 हो जाएगा तो x की वैल्यू आ जाएगी +-2 पर x की सीगा साडा
ਲੈਂਥ ਸੀ, ਇਹਦਾ ਮਤਲਬ ਨੈਗੇਟਿਵ ਨਹੀਂ ਹੋ ਸਕਦੀ, ਤਾਂ ਅਸੀਂ ਇਹਦੀ ਪੋਜ਼ਿਟਿਵ ਵੈਲਿਊ ਲੈ ਲਈ x = 2। ਹੁਣ ਇਹ ਕ੍ਰਿਟੀਕਲ ਪੁਆਇੰਟ ਆ ਗਿਆ, ਇਹਨੂੰ ਦੁਬਾਰਾ ਡਿਫਰੈਂਸ਼ੀਏਟ ਕਰੀਏ ਫਿਰ ਤਾਂ 180 ਇਹਦਾ 1 ਦਾ ਡਿਫਰੈਂਸ਼ੀਏਸ਼ਨ 0 ਹੋ ਜਾਏਗਾ, 1/x³ ਦਾ x² ਦਾ ਡਿਫਰੈਂਸ਼ੀਏਸ਼ਨ 1/x 2/x³ ਹੋ ਜਾਏਗਾ, ਤੇ 2 ਤੇ 4 ਮਲਟੀਪਲਾਈ ਹੋ ਕੇ 8 ਹੋ ਜਾਣਗੇ, ਤਾਂ ਆ ਜਾਊਗਾ 180 × 8/x। ਤੇ d²c/dx² at x = 2, x ਦੀ ਵੈਲਿਊ 2 ਪੁੱਟ ਕਰ ਦੇंगे, ਆ 2 ਦੀ ਪਾਵਰ 3 8 ਹੁੰਦਾ ਹੈ, 8 ਨਾਲ 8 ਕੈਂਸਲ ਹੋ ਕੇ 1 ਆ ਜਾਊਗਾ, ਤਾਂ 180 ਨਾਲ ਮਲਟੀਪਲਾਈ ਹੋ ਕੇ 180 ਆ ਜਾਊਗਾ। ਤੇ ਕੀ ਹੈ, ਗ੍ਰੇਟਰ ਦੈਨ 0 ਹੈ, ਪੋਜ਼ਿਟਿਵ ਹੈ, ਇਹਦਾ ਮਤਲਬ at x = 0 at x = 2 c ਵਿਲ ਬੀ ਮਿਨੀਮਮ, ਤਾਂ c ਮਿਨੀਮਮ ਹੋਏਗਾ, x = 2 ਦੇ ਉੱਤੇ c ਮਿਨੀਮਮ ਹੋਏਗਾ। ਹੁਣ ਇਹ ਤਾਂ ਸਾਨੂੰ ਪਤਾ ਲੱਗਿਆ x ਦੀ ਵੈਲਿਊ 2 ਲਈ ਜਿਹੜੀ ਕਾਸਟ ਆ ਮਿਨੀਮਮ ਹੈ, ਤੇ ਮਿਨੀਮਮ ਕਾਸਟ ਹੋਏਗੀ ਕਿੰਨੀ, c ਦੀ ਵੈਲਿਊ ਦੇ ਵਿੱਚ x ਦੀ ਵੈਲਿਊ ਪੁੱਟ ਕਰ ਦੇਣੀ, ਤਾਂ ਮਿਨੀਮਮ ਕਾਸਟ ਪਤਾ ਚੱਲ ਜਾਏਗੀ ਸਾਨੂੰ। ਆ ਅਸੀਂ ਵੈਲਿਊ ਪੁੱਟ ਕੀਤੀ ਹੈ, ਆਨਸਰ ਸਾਡਾ ਆ ਗਿਆ 1000, ਤਾਂ ਇਹਦੀ ਮਿਨੀਮਮ ਕਾਸਟ ਆ ਗਈ ਜਿਹੜੀ ਅਸੀਂ ਫਾਈਂਡ ਕਰਨੀ ਸੀ। ਨੈਕਸਟ ਆ ਸਾਡੇ ਕੋਲ ਐਗਜ਼ਾਮਪਲ 19, ਅ ਪੁਆਇੰਟ ਔਨ ਹਾਈਪੋਟੇਨਸ ਆਫ ਅ ਟ੍ਰਾਇੰਗਲ is at A and B from the sides of the triangle. Show that the minimum length of hypotenuse is a to the power 2/3 plus b to the power 2/3 to the power 3/2। ਸਾਨੂੰ ਇੱਕ ਰਾਈਟ ਟ੍ਰਾਇੰਗਲ ਦਿੱਤਾ ਹੈ, ਉਹਦੇ ਤੇ ਇੱਕ ਪੁਆਇੰਟ ਦਿੱਤਾ ਹੈ ਜਿਹੜਾ ਸਾਈਡਸ ਤੋਂ, ਬਾਕੀ ਦੀਆਂ ਸਾਈਡਸ ਤੋਂ A ਤੇ B ਡਿਸਟੈਂਸ ਤੇ ਹੈ। ਆ ਪੁਆਇੰਟ B ਬੇਸ ਤੋਂ A ਡਿਸਟੈਂਸ ਤੇ ਹੈ, ਤੇ ਪਰਪੈਂਡੀਕੂਲਰ ਤੋਂ B ਡਿਸਟੈਂਸ ਤੇ ਹੈ, ਇਹ ਸਾਨੂੰ ਗਿਵਨ ਹੈ। ਤੇ ਉਹ ਕਹਿੰਦੇ ਆ ਵੀ ਇਸ ਹਾਈਪੋਟੇਨਸ ਦੀ ਮਿਨੀਮਮ ਲੈਂਥ ਪਤਾ ਕਰੋ, ਤੇ ਉਹ ਇੰਨੀ ਹੋਣੀ ਚਾਹੀਦੀ, ਠੀਕ ਹੈ ਨਾ, ਯਾਨੀ ਇਹਦੀ ਲੈਂਥ ਪਤਾ ਕਰਨੀ ਹੈ, ਉਹਨੂੰ ਅਸੀਂ ਮਿਨੀਮਾਈਜ਼ ਕਰਨਾ ਹੈ ਦੂਜੇ ਤਰੀਕੇ ਨਾਲ ਜੇ ਸਮਝਿਆ। ਤਾਂ ਅਸੀਂ ਕੀ ਕਰਾਂਗੇ, ਅਸੀਂ ਲੈਟ ਕਰ ਲਈਏ, ਲੈਟ ਐਲ ਬੀ ਦਾ ਲੈਂਥ ਆਫ ਦਾ ਹਾਈਪੋਟੇਨਸ, ਆ ਜਿਹੜਾ ਏ ਬੀ ਹਾਈਪੋਟੇਨਸ ਹੈ ਇਹਦੀ ਲੈਂਥ ਅਸੀਂ ਐਲ ਲੈ ਲਈ, ਠੀਕ ਹੈ ਨਾ, ਤੇ ਆਹ ਵਾਲਾ ਜਿਹੜਾ ਐਂਗਲ ਹੈ ਏ, ਇਹਨੂੰ ਅਸੀਂ ਥੀਟਾ ਲੈ ਲਿਆ, ਠੀਕ ਹੈ। ਜੇ ਆਹ ਐਂਗਲ ਥੀਟਾ ਹੈ ਤਾਂ ਕਿਉਂਕਿ ਆਹ ਲਾਈਨ ਇਹਦੇ ਪੈਰਲਲ ਹੈ, ਤਾਂ ਆਹ ਵੀ ਐਂਗਲ ਥੀਟਾ ਹੋ ਜਾਏਗਾ, ਆਹ ਦੋਨੇ ਐਂਗਲ ਇੱਕੋ ਜਿਹੇ ਹੋਣਗੇ, ਠੀਕ ਹੈ। ਤਾਂ L = ਕੀ ਹੋਏਗਾ, AP + BP, ਠੀਕ ਹੈ ਨਾ। AP ਦੀ ਅਸੀਂ ਲੈਂਥ ਫਾਈਂਡ ਕਰਾਂਗੇ, ਕਿਵੇਂ, ਇਸ ਟ੍ਰਾਇੰਗਲ ਦੇ ਵਿੱਚ ਦੇਖੋ, ਇਸ ਟ੍ਰਾਇੰਗਲ ਦੇ ਵਿੱਚ ਆ ਰਾਈਟ ਟ੍ਰਾਇੰਗਲ ਹੈ, ਇਹਦੇ ਵਿੱਚ ਐਂਗਲ ਥੀਟਾ ਹੈ, ਤੇ ਆ ਇਹਦਾ ਪਰਪੈਂਡੀਕੂਲਰ ਹੈ, ਤੇ ਆਹ ਵਾਲੀ ਅਸੀਂ ਲੈਂਥ ਫਾਈਂਡ ਕਰਨੀ ਹੈ। ਤਾਂ ਅਸੀਂ 9th ਦੇ ਵਿੱਚ ਕੀਤਾ ਸੀ, ਜੇ ਕੋਈ ਰਾਈਟ ਟ੍ਰਾਇੰਗਲ ਦੇ ਵਿੱਚ ਕੋਈ ਲੈਂਥ ਪਤਾ ਕਰਨੀ ਹੋਵੇ ਤਾਂ ਦੂਸਰੀ ਇੱਕ ਲੈਂਥ ਸਾਨੂੰ ਗਿਵਨ ਹੋਵੇ ਤੇ ਸਾਨੂੰ ਐਂਗਲ ਦਿੱਤਾ ਹੋਵੇ ਤਾਂ ਅਸੀਂ ਕੱਢ ਸਕਦੇ ਹਾਂ। ਕਿਵੇਂ, AP ਜਿਹੜੀ ਲੈਂਥ ਫਾਈਂਡ ਕਰਨੀ ਹੈ ਡਿਵਾਈਡਡ ਬਾਈ ਜਿਹੜੀ ਲੈਂਥ ਗਿਵਨ ਹੈ, AP/A ਕਰੋ, AP/A। AP ਕੀ ਹੈ, ਹਾਈਪੋਟੇਨਸ ਬਾਈ ਪਰਪੈਂਡੀਕੂਲਰ, ਕਾਹਦੇ ਇਕੁਅਲ ਹੁੰਦਾ ਇਹ, ਕੋਸੈਕ ਥੀਟਾ ਦੇ, ਤਾਂ AP/A = ਕੋਸੈਕ ਥੀਟਾ, ਤਾਂ AP ਕਿਹਦੇ ਇਕੁਅਲ ਹੋ ਜਾਏਗਾ, A ਇੱਧਰ ਜਾ ਕੇ ਮਲਟੀਪਲਾਈ ਹੋ ਜਾਏਗਾ A ਕੋਸੈਕ ਥੀਟਾ। ਇਸੇ ਤਰ੍ਹਾਂ ਦੂਸਰੇ ਟ੍ਰਾਇੰਗਲ ਦੇ ਵਿੱਚ ਆ ਸਾਨੂੰ ਲੈਂਥ ਫਾਈਂਡ ਕਰਨੀ ਹੈ, ਆ ਗਿਵਨ ਹੈ, ਤਾਂ BP/B ਯਾਨੀ ਹਾਈਪੋਟੇਨਸ ਬਾਈ ਬੇਸ ਇਕੁਅਲ ਟੂ ਹੁੰਦਾ ਸੈਕ ਥੀਟਾ, ਤਾਂ BP = ਹੋ ਜਾਏਗਾ B ਸੈਕ ਥੀਟਾ, ਠੀਕ ਹੈ। ਤਾਂ L ਦੀ ਵੈਲਿਊ ਹੁਣ ਪਤਾ ਲੱਗ ਜੂ ਸਾਨੂੰ, AP ਤੇ BP ਦੀ ਵੈਲਿਊ ਇੱਥੋਂ ਇਹਦੇ ਵਿੱਚ ਪੁੱਟ ਕਰ ਦਿੰਦੇ, ਤਾਂ L = ਆ ਜਾਏਗਾ A ਕੋਸੈਕ ਥੀਟਾ + B ਸੈਕ ਥੀਟਾ। ਹੁਣ ਇਹਨੂੰ ਅਸੀਂ ਡਿਫਰੈਂਸ਼ੀਏਟ ਕਰ ਦਾਂਗੇ ਵਿਦ ਰਿਸਪੈਕਟ ਟੂ ਥੀਟਾ, ਜਿਹੜਾ ਸਾਡੇ ਕੋਲ वेरिएबल ਇੱਥੇ, ਤਾਂ dl/d ਥੀਟਾ ਕਿਹਦੇ ਇਕੁਅਲ ਹੋਏਗਾ, -a ਕੋਸੈਕ ਥੀਟਾ ਦਾ ਡਿਫਰੈਂਸ਼ੀਏਸ਼ਨ ਕੋਸੈਕ ਥੀਟਾ ਮਾਈਨਸ ਕੋਸੈਕ ਥੀਟਾ ਕੋਟ ਥੀਟਾ ਹੁੰਦਾ, ਤੇ b ਸੈਕ ਥੀਟਾ ਦਾ ਡਿਫਰੈਂਸ਼ੀਏਸ਼ਨ ਸੈਕ ਥੀਟਾ ਟੈਨ ਥੀਟਾ ਹੁੰਦਾ। ਇਹਨੂੰ ਇਕੁਅਲ ਟੂ 0 ਪੁੱਟ ਕਰਾਂਗੇ, ਕਾਹਦੇ ਵਾਸਤੇ, ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ, ਤਾਂ -a ਕੋਸੈਕ ਥੀਟਾ ਕੋਟ ਥੀਟਾ + b ਸੈਕ ਥੀਟਾ ਟੈਨ ਥੀਟਾ = 0। ਆ ਮਾਈਨਸ ਵਾਲਾ ਇੱਧਰ ਲੈ ਕੇ ਅਸੀਂ ਪਲੱਸ ਹੋ ਗਿਆ, ਇਹਨਾਂ ਨੂੰ ਸਾਈਨ ਕੋਸ 'ਚ ਬਦਲ ਲਿਆ ਸਭ ਤੋਂ। ਉਸ ਤੋਂ ਬਾਅਦ ਆ ਦੇਖੋ ਹੇਠਾਂ sin² ਥੀਟਾ, ਇਹ ਇੱਧਰ ਉੱਪਰ sin ਥੀਟਾ ਨਾਲ ਮਲਟੀਪਲਾਈ ਕ੍ਰਾਸ ਮਲਟੀਪਲਾਈ ਹੋ ਜਾਏਗਾ ਇੱਧਰ ਆ ਕੇ, ਤੇ ਬਣ ਜੂਗਾ B sin³ ਥੀਟਾ, ਇੱਧਰ cos² ਥੀਟਾ, ਇੱਧਰ cos ਥੀਟਾ ਨਾਲ ਮਲਟੀਪਲਾਈ ਹੋ ਜਾਊਗਾ, ਤਾਂ A cos³ ਥੀਟਾ ਹੋ ਜਾਏਗਾ। sin cos ਇੱਕ ਪਾਸੇ ਕਰ ਲਓ, ਇਹ ਬਣ ਗਿਆ sin³ ਥੀਟਾ / cos³ ਥੀਟਾ = A/B, ਇਹ ਬਣ ਗਿਆ tan³ ਥੀਟਾ = A/B। ਤਾਂ tan ਥੀਟਾ = ਕੀ ਹੋ ਜਾਏਗਾ, ਇਹਦਾ ਕਿਊਬ ਆ ਤਾਂ ਇੱਦਾਂ ਦਾ ਕਿਊਬ ਰੂਟ ਹੋ ਜਾਏਗਾ, 1/3 1/3 ਹੋ ਜਾਏਗਾ ਦੋਨੋਂ ਦੀ, ਠੀਕ ਹੈ।
ਹੁਣ ਆ ਗਿਆ ਕ੍ਰਿਟੀਕਲ ਪੁਆਇੰਟ। ਥੀਟਾ ਦੀ ਵੈਲਿਊ ਸਮਝ ਲਓ ਇੱਕ ਤਰੀਕੇ ਨਾਲ ਆ ਗਈ। ਵੈਸੇ ਇੱਧਰ ਜਾ ਕੇ ਬਣਨਾ ਨੇ ਟੈਨ ਇਨਵਰਸ, ਪਰ ਸਾਨੂੰ ਉਹਦੀ ਜ਼ਰੂਰਤ ਨਹੀਂ ਪੈਣੀ, ਇਸੇ ਨਾਲ ਹੀ ਅਸੀਂ ਕੱਢ ਲਾਂਗੇ। ਤਾਂ ਟੈਨ ਥੀਟਾ ਇਕੁਅਲਸ ਟੂ ਦਿਸ ਸਾਡਾ ਕ੍ਰਿਟੀਕਲ ਪੁਆਇੰਟ ਆ ਗਿਆ। ਤਾਂ ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰੀਏ, ਡੀ ਸਕੁਆਇਰ ਐਲ ਬਾਈ ਡੀ ਥੀਟਾ ਸਕੁਆਇਰ। ਆ ਦੋ ਚੀਜ਼ਾਂ ਦਾ ਮਲਟੀਪਲਾਈ ਯੂ ਵੀ ਫਾਰਮੂਲਾ, ਇੱਥੇ ਵੀ ਯੂ ਵੀ ਫਾਰਮੂਲਾ ਲੱਗੂਗਾ। ਇਹਨਾਂ ਨੂੰ ਸਾਰਿਆਂ ਨੂੰ ਕਰਿਆ ਤਾਂ ਆਹ ਚੀਜ਼ ਆ ਗਈ। ਹੁਣ ਇਹ 'ਚ ਥੀਟਾ ਤੁਸੀਂ ਦੇਖੋ, ਥੀਟਾ ਕੀ ਹੈ? ਐਕਿਊਟ ਐਂਗਲ ਹੈ। ਥੀਟਾ ਕੀ ਹੈ? ਐਕਿਊਟ ਐਂਗਲ ਹੈ। ਐਕਿਊਟ ਐਂਗਲ ਹੈ ਤਾਂ ਇਹਦਾ ਮਤਲਬ 90 ਤੋਂ ਛੋਟਾ ਹੈ। 90 ਤੋਂ ਛੋਟਾ ਤਾਂ ਫਸਟ ਕੁਆਡਰੈਂਟ 'ਚ ਹੈ। ਫਸਟ ਕੁਆਡਰੈਂਟ 'ਚ ਹੈ ਤਾਂ ਉੱਥੇ ਇਹ ਸਾਰੇ ਹੀ ਟ੍ਰਿਗਨੋਮੈਟ੍ਰਿਕ ਜਿਹੜੇ ਰੇਸ਼ੋ ਹੁੰਦੇ ਆ ਪੋਜ਼ਿਟਿਵ ਹੁੰਦੇ ਆ। ਇਹਦਾ ਮਤਲਬ ਆ ਸਾਰੇ ਹੀ ਪੋਜ਼ਿਟਿਵ ਹੋਣਗੇ ਤੇ ਪੋਜ਼ਿਟਿਵ ਦਾ ਸਮ ਜਿਹੜਾ ਪੋਜ਼ਿਟਿਵ ਉਹ ਗ੍ਰੇਟਰ ਦੈਨ 0 ਹੋ ਗਿਆ। ਇਹਦਾ ਮਤਲਬ ਜਦੋਂ ਟੈਨ ਥੀਟਾ ਇਕੁਅਲਸ ਟੂ ਆ ਹੈ ਤਾਂ ਐਲ ਜਿਹੜਾ ਹੈਗਾ ਉਹ ਮਿਨੀਮਮ ਹੋਏਗਾ। ਠੀਕ ਹੈ, ਤਾਂ ਉਹਦੀ ਮਿਨੀਮਮ ਵੈਲਿਊ ਫਾਈਂਡ ਕਰਨੀ ਹੁਣ ਸੀ। ਐਲ ਦੀ ਮਿਨੀਮਮ ਵੈਲਿਊ ਕਿਵੇਂ ਫਾਈਂਡ ਹੋਏਗੀ? ਇਹਦੇ ਵਿੱਚ ਕੋਸੈਕ ਥੀਟਾ ਸੈਕ ਥੀਟਾ ਦੀ ਵੈਲਿਊ ਪੁੱਟ ਕਰਨੀ ਪਏਗੀ। ਤਾਂ ਉਹ ਕਿਵੇਂ ਨਿਕਲੇਗੀ? ਸਾਨੂੰ ਟੈਨ ਥੀਟਾ ਦੀ ਵੈਲਿਊ ਪਤਾ ਹੈ ਤਾਂ ਅਸੀਂ ਬਾਕੀ ਦੇ ਟ੍ਰਿਗਨੋਮੈਟ੍ਰਿਕ ਰੇਸ਼ੋ ਫਾਈਂਡ ਕਰ ਸਕਦੇ ਹਾਂ। ਅਸੀਂ ਇਹ +1 ਦੇ ਵਿੱਚ ਕੀਤਾ ਸੀਗਾ। ਕੀ ਕਰਦੇ ਹਾਂ? ਅਸੀਂ ਟਰਾਇੰਗਲ ਬਣਾ ਲਾਂਗੇ। ਟਰਾਇੰਗਲ ਦੇ ਵਿੱਚ ਥੀਟਾ ਮਾਰਕ ਕਰ ਲਾਂਗੇ। ਟੈਨ ਥੀਟਾ ਸਾਨੂੰ ਗਿਵਨ ਹੈ। ਟੈਨ ਥੀਟਾ ਹੁੰਦਾ ਪਰਪੈਂਡੀਕੂਲਰ ਓਵਰ ਬੇਸ, ਤਾਂ ਪਰਪੈਂਡੀਕੂਲਰ ਤੇ ਬੇਸ ਇੱਥੇ ਲਾ ਲਏ। ਇਹਨਾਂ ਦੋਵਾਂ ਦੀ ਹੈਲਪ ਨਾਲ ਅਸੀਂ ਹਾਈਪੋਟੇਨਸ ਫਾਈਂਡ ਕਰ ਲਾਂਗੇ। ਹਾਈਪੋਟੇਨਸ ਇਕੁਅਲਸ ਟੂ ਹੁੰਦਾ ਸਕੁਆਇਰ ਰੂਟ ਆਫ ਪਰਪੈਂਡੀਕੂਲਰ ਸਕੁਆਇਰ ਪਲੱਸ ਬੇਸ ਦਾ ਸਕੁਆਇਰ। ਤਾਂ ਇਹਦਾ ਸਕੁਆਇਰ ਕਿੰਨਾ ਹੋ ਜਾਏਗਾ? ਇਹਦੀ ਪਾਵਰ 2/3 ਹੋ ਜਾਊ। ਇਹਦਾ ਸਕੁਆਇਰ ਕਿੰਨਾ ਹੋ ਜਾਊ? ਇਹਦੀ ਪਾਵਰ 2/3 ਹੋ ਜਾਊ। ਦਾ ਸਕੁਆਇਰ ਰੂਟ ਆ ਗਿਆ ਇਹਦਾ ਹਾਈਪੋਟੇਨਸ। ਹੁਣ ਇਹਦੇ ਜਿਹੜੇ ਮਰਜ਼ੀ ਅਸੀਂ ਫਾਈਂਡ ਕਰ ਸਕਦੇ ਹਾਂ। ਅਸੀਂ ਕੋਸੈਕ ਤੇ ਫਾਈਂਡ ਕਰਨੇ ਸੀ, ਕੋਸੈਕ ਥੀਟਾ ਤੇ ਸੈਕ ਥੀਟਾ ਦੀ ਵੈਲਿਊ, ਤਾਂ ਅਸੀਂ ਕੋਸੈਕ ਥੀਟਾ ਤੇ ਸੈਕ ਥੀਟਾ ਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਕੋਸੈਕ ਥੀਟਾ ਹੁੰਦਾ ਹੈ ਹਾਈਪੋਟੇਨਸ ਅਪੋਨ ਪਰਪੈਂਡੀਕੂਲਰ, ਤਾਂ ਆ ਬਟਾ ਆ ਗਿਆ। ਤੇ ਸੈਕ ਥੀਟਾ ਹੁੰਦਾ ਹਾਈਪੋਟੇਨਸ ਅਪੋਨ ਬੇਸ, ਆ ਗਿਆ। ਇਹ ਦੋਨੋਂ ਵੈਲਿਊਜ਼ ਅਸੀਂ ਐਲ ਦੀ ਵੈਲਿਊ ਵਿੱਚ ਪੁੱਟ ਕਰ ਦੇਵਾਂਗੇ। ਏ ਕੋਸੈਕ ਥੀਟਾ, ਬੀ ਸੈਕ ਥੀਟਾ, ਇਹਦੇ ਵਿੱਚ ਵੈਲਿਊ ਪੁੱਟ ਕਰਤੀ ਕੋਸੈਕ ਥੀਟਾ ਦੀ ਤੇ ਸੈਕ ਥੀਟਾ ਦੀ। ਇਹਦੇ 'ਚ ਪਹਿਲਾਂ ਤਾਂ ਆ ਕੱਟੇ ਜਾਣਗੇ। ਇਹਦੀ ਪਾਵਰ 1 ਹੈ ਤੇ 1/3 ਹੈ। ਪਾਵਰ ਉੱਤੇ ਜਾ ਕੇ ਮਾਈਨਸ ਹੋ ਜਾਊਗੀ। 1 ਚੋਂ 1 - 3 ਮਾਈਨਸ ਹੋ ਕੇ 2/3 ਰਹਿ ਗਈ। ਇਸੇ ਤਰ੍ਹਾਂ ਇੱਥੇ b ਦੀ ਪਾਵਰ ਵੀ ਆ ਲੈਸ ਹੋ ਕੇ 2/3 ਹੋ ਗਈ। ਹੁਣ ਇਹ 'ਚੋਂ ਆਹ ਚੀਜ਼ ਕਾਮਨ ਹੈ, ਕਾਮਨ ਹੈ, ਤੈਨੂੰ ਬਾਹਰ ਕਾਮਨ ਕੱਢ ਲਿਆ। ਪਿੱਛੇ ਕੀ ਬਚਿਆ? a ਦੀ ਪਾਵਰ 2/3 ਪਲੱਸ b ਦੀ ਪਾਵਰ 2/3। ਹੁਣ ਆ ਦੋਨੇ ਇੱਕੋ ਹੀ ਚੀਜ਼ਾਂ। ਆ ਇੱਥੇ ਇਹਦੀ ਪਾਵਰ ਹਾਫ ਹੈ, ਇੱਥੇ ਪਾਵਰ 1 ਹੈ, ਤਾਂ ਮਲਟੀਪਲਾਈ ਹੋਣਗੇ ਤਾਂ ਪਾਵਰਾਂ ਦੋਨੇ ਐਡ ਹੋ ਜਾਣਗੀਆਂ। 1 ਤੇ ਹਾਫ ਜੁੜ ਕੇ 3/2 ਪਾਵਰ ਹੋ ਗਈ। ਤਾਂ ਐਲ ਦੀ ਵੈਲਿਊ ਆ ਹੋਏਗੀ ਮਿਨੀਮਮ ਵੈਲਿਊ। ਐਲ ਸਾਨੂੰ ਪਤਾ ਹੈ ਮਿਨੀਮਮ ਹੈ, ਤੇ ਉਹ ਮਿਨੀਮਮ ਵੈਲਿਊ ਕਿੰਨੀ ਹੈ ਆ ਅਸੀਂ ਹੁਣੇ ਫਾਈਂਡ ਕੀਤੀ। ਤੇ ਇਹੀ ਅਸੀਂ ਪ੍ਰੂਵ ਕਰਨਾ ਸੀਗਾ ਕੁਐਸਚਨ ਦੇ ਵਿੱਚ, ਸਾਨੂੰ ਇਹੀ ਕਿਹਾ। ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਐਗਜ਼ਾਮਪਲ 20, show that right circular cylinder of a given surface and maximum volume is such that its height is equal to the diameter of the base। ਪਹਿਲਾਂ ਕੁਐਸਚਨ ਨੂੰ ਸਮਝੀਏ ਚੰਗੀ ਤਰ੍ਹਾਂ। ਸਾਨੂੰ ਇੱਕ ਸਿਲੰਡਰ ਦੇ ਵਿੱਚ ਗਿਵਨ ਸਰਫੇਸ ਤੇ ਸਰਫੇਸ ਗਿਵਨ ਹੈ। ਸਰਫੇਸ ਗਿਵਨ ਦਾ ਮਤਲਬ ਇਹਦਾ ਸਰਫੇਸ ਏਰੀਆ ਗਿਵਨ ਹੈ। ਸਰਫੇਸ ਏਰੀਆ ਗਿਵਨ ਦਾ ਕੀ ਮਤਲਬ ਹੋਏਗਾ? ਇਹਦਾ ਜਿਹੜਾ ਸਰਫੇਸ ਏਰੀਆ ਹੈ ਉਹ ਕਾਂਸਟੈਂਟ ਹੋਏਗਾ, ਕਾਂਸਟੈਂਟ। ਤੇ ਮੈਕਸਿਮਮ ਵੋਲਿਊਮ ਦਾ ਮਤਲਬ ਇਹਦਾ ਵੋਲਿਊਮ ਫਾਈਂਡ ਕਰਾਂਗੇ ਤੇ ਉਹਨੂੰ ਮੈਕਸਿਮਾਈਜ਼ ਕਰਾਂਗੇ। ਜਦੋਂ ਅਸੀਂ ਮੈਕਸਿਮਾਈਜ਼ ਕਰਾਂਗੇ ਤਾਂ ਸਾਡੇ ਕੋਲੇ ਆਹ ਚੀਜ਼ ਪ੍ਰੂਵ ਹੋਣੀ ਚਾਹੀਦੀ ਹੈ, ਹਾਈਟ ਇਜ਼ ਇਕੁਅਲ ਟੂ ਦਾ ਡਾਇਮੀਟਰ ਆਫ ਦਾ ਬੇਸ। ਹਾਈਟ ਇਹਦੀ ਕੀ ਹੁੰਦੀ ਹੈ? h, ਤੇ ਇਹਦੀ ਰੇਡੀਅਸ ਹੁੰਦੀ ਹੈ r, ਤੇ ਡਾਇਮੀਟਰ ਕੀ ਹੋ ਜਾਊਗਾ? 2r। ਤਾਂ h ਇਕੁਅਲਸ ਟੂ 2r। ਆਹ ਚੀਜ਼ ਅਸੀਂ ਪ੍ਰੂਵ ਕਰਨੀ ਹੈ। ਇਹ ਕੀ ਹੈ ਸਾਡੇ ਕੋਲੇ? ਟੂ ਪ੍ਰੂਵ। ਤਾਂ ਤਿੰਨ ਗੱਲਾਂ ਸਾਡੇ ਦਿਮਾਗ 'ਚ ਇੱਥੇ ਸਮਝ ਆ ਜਾਣੀਆਂ ਚਾਹੀਦੀਆਂ ਸਾਨੂੰ। ਇੱਕ ਤਾਂ ਇਹ ਵੀ ਇਹਦੀ ਸਰਫੇਸ ਏਰੀਆ ਸਾਨੂੰ ਗਿਵਨ ਹੈ। ਸਰਫੇਸ ਏਰੀਆ ਗਿਵਨ ਦਾ ਮਤਲਬ ਕਾਂਸਟੈਂਟ ਹੈ। ਤੇ ਦੂਸਰੀ ਗੱਲ, ਵੋਲਿਊਮ ਨੂੰ ਅਸੀਂ ਫਾਈਂਡ ਕਰਕੇ ਉਹਨੂੰ ਮੈਕਸਿਮਾਈਜ਼ ਕਰਨਾ ਹੈ। ਤੇ ਇਹਨੂੰ ਮੈਕਸਿਮਾਈਜ਼ ਕਰਨ ਤੋਂ ਬਾਅਦ ਸਾਡੇ ਕੋਲੇ ਆਹ ਚੀਜ਼ ਪ੍ਰੂਵ ਹੋਏਗੀ, h ਇਕੁਅਲਸ ਟੂ 2r। ਇਹ ਅਸੀਂ ਪ੍ਰੂਵ ਕਰਨਾ ਇਹਦੇ ਵਿੱਚ। ਠੀਕ ਹੈ ਜੀ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਕੁਐਸਚਨ, ਲੈਟ ਕਰ ਲਿਆ, ਲੈਟ r be the radius of the base and h be the height of the cylinder, then total surface area ਦਾ ਸਾਡੇ ਕੋਲੇ ਫਾਰਮੂਲਾ ਹੁੰਦਾ s equals to 2πr² plus 2πrh। ਤਾਂ ਆਹ ਚੀਜ਼ ਸਾਨੂੰ ਕਿਉਂਕਿ ਗਿਵਨ ਹੈ, ਗਿਵਨ ਦੇ ਵਿੱਚੋਂ ਅਸੀਂ ਹਮੇਸ਼ਾ ਇੱਕ ਵੇਰੀਏਬਲ ਦੀ ਵੈਲਿਊ ਫਾਈਂਡ ਕਰ ਲੈਂਦੇ ਹੁੰਦੇ ਹਾਂ। ਤਾਂ r ਤੇ h ਦੋ ਵੇਰੀਏਬਲ ਸੀਗੇ, ਇਹ 'ਚੋਂ ਅਸੀਂ h ਦੀ ਵੈਲਿਊ ਫਾਈਂਡ ਕਰ ਲਈ। ਜੋ ਈਜ਼ੀ ਲੱਗੇ ਸਾਨੂੰ ਉਹਦੀ ਵੈਲਿਊ ਫਾਈਂਡ ਕਰ ਲੈਣੀ ਚਾਹੀਦੀ ਹੈ। ਤਾਂ h ਦੀ ਵੈਲਿਊ ਫਾਈਂਡ ਕਰਦੇ ਹਾਂ। h ਦੀ ਵੈਲਿਊ ਫਾਈਂਡ ਕਰਨ ਵਾਸਤੇ ਕੀ ਕਰਾਂਗੇ? ਪਹਿਲਾਂ ਆਹ ਚੀਜ਼ ਇੱਧਰ ਲੈ ਜਾਵਾਂਗੇ,
इधर जाके माइनस हो जाएगी, तो एस माइनस 2 पाई आर स्क्वायर। फिर ये आ गया 2 पाई आर एच इक्वल टू आ सारी चीज़। तो एच की वैल्यू कट्टने वास्ते की करेंगे, 2 पाई आर इधर ले जाएंगे और डिवाइड हो जाएगा। तो एस माइनस 2 पाई आर स्क्वायर अपॉन 2 पाई आर आ साडी एच की वैल्यू आ गई। ਹੁਣ ਜਿਹਨੂੰ ਅਸੀਂ ਮਿਨੀਮਾਈਜ਼ ਜਾਂ ਮੈਕਸੀਮਾਈਜ਼ ਕਰਨਾ ਉਹਦੀ ਵੈਲਿਊ ਸ਼ੁਰੂ ਕਰਦੇ ਹੁੰਦੇ ਆ, ਤਾਂ ਵੋਲਿਊਮ ਫਾਈਂਡ ਕਰਦੇ ਆ। ਵੋਲਿਊਮ ਇਕੁਅਲਸ ਟੂ V ਇਕੁਅਲਸ ਟੂ ਪਾਈ ਆਰ ਸਕੁਆਇਰ H ਹੁੰਦਾ, ਸਾਨੂੰ ਪਤਾ ਹੈ H ਦੀ H ਵੈਲਿਊ ਪੁੱਟ ਕਰ ਦੇਂਗੇ ਜਿਹਦੇ ਉੱਤੇ ਅਸੀਂ ਫਾਈਂਡ ਕੀਤੀ ਸੀ। ਤੇ ਇੱਥੇ ਕੀ ਹੋਏਗਾ, ਪਾਈ ਨਾਲ ਪਾਈ ਕੱਟਿਆ ਜਾਏਗਾ, R ਦੀ ਇੱਕ ਪਾਵਰ R ਨਾਲ ਕੱਟੀ ਜਾਏਗੀ, ਇੱਥੇ ਬਚਿਆ R ਅੰਦਰ ਮਲਟੀਪਲਾਈ ਕਰ ਦੇਂਗੇ R S R ਮਾਈਨਸ 2 ਪਾਈ R ਕਿਊਬ ਅਪੋਨ 2 ਆਹੀ ਬਚਿਆ, ਆ 1 ਅਪੋਨ 2 ਬਾਹਰ ਕਰ ਲਈਏ ਤੇ ਬਾਕੀ ਜਿਹੜੀ ਚੀਜ਼ ਬਚ ਗਈ ਉਹਨੂੰ ਬ੍ਰੈਕਟ 'ਚ ਅਸੀਂ ਲਿਖ ਲਿਆ। ਹੁਣ ਇਹ ਆ ਗਈ V ਦੀ ਵੈਲਿਊ, V ਦੀ ਆ ਗਈ ਤਾਂ ਅਸੀਂ dV ਬਾਏ dr ਫਾਈਂਡ ਕਰਾਂਗੇ। ਜੋ ਵੀ ਸਾਡੇ ਕੋਲ ਵੇਰੀਏਬਲ ਉਹਦੇ ਵਿਦ ਰਿਸਪੈਕਟ ਅਸੀਂ ਡਿਫਰੈਂਸ਼ੀਏਟ ਕਰ ਦਿੰਦੇ ਤਾਂ dV ਬਾਏ dr ਇਕੁਅਲ ਟੂ ਕੀ ਹੋਏਗਾ 1/2। ਇੱਥੇ r ਦਾ ਡਿਫਰੈਂਸ਼ੀਏਸ਼ਨ 1 ਹੋ ਜਾਏਗਾ, ਇੱਥੇ r ਕਿਊਬ ਦਾ ਡਿਫਰੈਂਸ਼ੀਏਸ਼ਨ 2r ਸਕੁਆਇਰ ਹੋ ਜਾਏਗਾ, ਇਹ ਹੋ ਜਾਏਗਾ 6 ਪਾਈ r ਸਕੁਆਇਰ। ਠੀਕ ਹੈ, ਇਹਨੂੰ ਇਕੁਅਲ ਟੂ 0 ਪੁੱਟ ਕਰਤਾ, 0 ਇਕੁਅਲ ਪੁੱਟ ਕਰਨ ਦਾ ਕੀ ਫਾਇਦਾ ਹੋਏਗਾ, ਇੱਥੇ ਕ੍ਰਿਟੀਕਲ ਪੁਆਇੰਟ ਆਏਗਾ, ਕ੍ਰਿਟੀਕਲ ਪੁਆਇੰਟ ਫਾਈਂਡ ਕਰਨਾ ਸੀ ਤਾਂ 1/2 ਪਹਿਲਾਂ ਤਾਂ ਇੱਧਰ ਜਾ ਕੇ ਡਿਵਾਈਡ ਹੋ ਕੇ 0 ਨਾਲ 0 ਹੋ ਜਾਏਗਾ, ਤੇ ਬਚਿਆ s ਮਾਈਨਸ 6 ਪਾਈ r ਸਕੁਆਇਰ ਇਕੁਅਲਸ ਟੂ 0। ਤਾਂ 6 ਪਾਈ r ਇਕੁਅਲਸ ਟੂ s ਹੋ ਜਾਏਗਾ, ਇਹਨੂੰ ਇੱਧਰ ਲੈ ਜਾਈਏ ਜੇ ਪੋਜ਼ੀਟਿਵ ਹੋ ਜੂ ਇੱਧਰ ਜਾ ਕੇ, ਤਾਂ 6 ਪਾਈ r ਸਕੁਆਇਰ ਇਕੁਅਲਸ ਟੂ s ਹੋ ਜਾਊਗਾ, 6 ਪਾਈ r ਇਕੁਅਲਸ ਟੂ s। ਤਾਂ r ਇਕੁਅਲਸ ਟੂ ਕੀ ਹੋ ਜਾਏਗਾ, ਪਹਿਲਾਂ ਤਾਂ r ਸਕੁਆਇਰ ਕੱਢਾਂਗੇ, s ਅਪੋਨ 6 ਪਾਈ ਹੋ ਜਾਏਗਾ, 6 ਪਾਈ ਇੱਧਰ ਜਾ ਕੇ ਡਿਵਾਈਡ, ਫਿਰ r ਦੀ ਵੈਲਿਊ ਕੱਢਣ ਵਾਸਤੇ ਉਹਨੂੰ ਆਪਾਂ ਸਕੁਆਇਰ ਰੂਟ ਲਵਾਂਗੇ ਪਲੱਸ ਮਾਈਨਸ ਸਕੁਆਇਰ ਰੂਟ ਆਫ s ਅਪੋਨ 6। ਹੁਣ ਇਹ 'ਚੋਂ ਅਸੀਂ ਨੈਗੇਟਿਵ ਵੈਲਿਊ ਨੂੰ ਛੱਡ ਦੇਂਗੇ, ਕਿਉਂ ਛੱਡ ਦੇਂਗੇ, ਕਿਉਂਕਿ r ਇੱਕ ਡਿਸਟੈਂਸ ਆ ਸਾਡੇ ਕੋਲੇ, r ਕੀ ਸੀਗਾ, ਰੇਡੀਅਸ ਸੀਗਾ, ਤੇ ਰੇਡੀਅਸ ਕੀ ਹੁੰਦਾ, ਡਿਸਟੈਂਸ ਹੁੰਦਾ, ਤਾਂ ਇਹਦੀ ਨੈਗੇਟਿਵ ਵੈਲਿਊ ਛੱਡ ਦੇਂਗੇ ਤਾਂ ਪੋਜ਼ੀਟਿਵ ਵੈਲਿਊ ਅਸੀਂ ਲੈ ਲਈ, r ਇਕੁਅਲ ਟੂ ਸਕੁਆਇਰ ਰੂਟ ਆਫ s ਅਪੋਨ 6 ਪਾਈ। ਹੁਣ ਜੋ ਆ ਗਿਆ ਸਾਡੇ ਕੋਲੇ ਕ੍ਰਿਟੀਕਲ ਪੁਆਇੰਟ। ਕ੍ਰਿਟੀਕਲ ਪੁਆਇੰਟ ਵੇਲੇ ਬੇਟੇ ਖਿਆਲ ਰੱਖੀਦਾ ਹਮੇਸ਼ਾ, ਹੁਣ ਜਿਵੇਂ ਇੱਥੇ ਸਾਡੇ ਕੋਲ s ਹੈ, r ਹੈ, ਪਾਈ ਹੈ, ਅਸੀਂ ਕਿਹਦੀ ਵੈਲਿਊ ਫਾਈਂਡ ਕਰਨੀ ਹੈ, ਪਹਿਲੀ ਗੱਲ ਤਾਂ ਅਸੀਂ ਵੇਰੀਏਬਲ ਦੀ ਵੈਲਿਊ ਫਾਈਂਡ ਕਰਨੀ ਹੈ। s ਵੀ ਕਾਂਸਟੈਂਟ ਹੈ, ਪਾਈ ਵੀ ਕਾਂਸਟੈਂਟ ਹੈ, 6 ਵੀ ਕਾਂਸਟੈਂਟ ਹੈ, ਸਭ ਕੁਝ ਕਾਂਸਟੈਂਟ ਹੈ, ਉਹ ਤਾਂ ਇਹਦੇ 'ਚ ਹਮੇਸ਼ਾ ਹੀ ਅਸੀਂ ਵੇਰੀਏਬਲ ਦੀ ਵੈਲਿਊ ਫਾਈਂਡ ਕਰਦੇ ਹਾਂ। ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵੇਲੇ ਪਹਿਲਾਂ ਅਸੀਂ x ਦੀ ਵੈਲਿਊ ਫਾਈਂਡ ਕਰਦੇ ਸੀ, ਉੱਥੇ ਤਾਂ ਅਸੀਂ ਚੱਲਦੇ ਆਏ ਹਾਂ। ਇੱਥੇ ਆ ਕੇ ਕਈ ਵਾਰੀ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦਾ ਹੈ ਵੀ ਅਸੀਂ ਕਾਹਦੀ ਵੈਲਿਊ ਫਾਈਂਡ ਕਰਨੀ, ਹਮੇਸ਼ਾ ਹੀ ਅਸੀਂ ਵੇਰੀਏਬਲ ਦੀ ਵੈਲਿਊ ਫਾਈਂਡ ਕਰਨੀ ਹੈ ਜਿਹਦੇ ਵਿਦ ਰਿਸਪੈਕਟ ਅਸੀਂ ਡਿਫਰੈਂਸ਼ੀਏਟ ਕਰਕੇ ਆਏ ਹਾਂ। ਠੀਕ ਹੈ, ਤਾਂ r ਇਕੁਅਲ ਟੂ ਆ ਗਿਆ ਸਕੁਆਇਰ ਰੂਟ ਆਫ s ਅਪੋਨ 6 ਪਾਈ, ਤਾਂ ਆ ਗਿਆ ਕ੍ਰਿਟੀਕਲ ਪੁਆਇੰਟ। ਤੇ ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰੀਏ ਤਾਂ d ਸਕੁਆਇਰ v ਅਪੋਨ dr ਸਕੁਆਇਰ ਇਕੁਅਲ ਟੂ ਕੀ ਆ ਜਾਏਗਾ 1/2, ਇਹਦਾ ਡਿਫਰੈਂਸ਼ੀਏਸ਼ਨ 0, ਇੱਥੇ r ਸਕੁਆਇਰ ਦਾ ਡਿਫਰੈਂਸ਼ੀਏਸ਼ਨ 2r ਹੋ ਜਾਏਗਾ, ਹੋ ਜਾਊਗਾ 12 ਪਾਈ r। ਤਾਂ ਆ ਚੀਜ਼ ਆ ਗਈ, ਇੱਥੇ 12 ਨਾਲ 6 ਕੱਟ ਕੇ 12 ਨਾਲ 2 ਕੱਟ ਕੇ 6 ਆ ਗਿਆ, ਤਾਂ ਮਾਈਨਸ 6 ਪਾਈ r ਆ ਗਿਆ। ਤੇ ਹੁਣ d ਸਕੁਆਇਰ v ਅਪੋਨ dr ਸਕੁਆਇਰ ਐਟ r ਇਕੁਅਲਸ ਟੂ ਆ ਫਾਈਂਡ ਕਰਾਂਗੇ, r ਦੀ ਵੈਲਿਊ ਅਸੀਂ ਪੁੱਟ ਕਰ ਦੇਂਗੇ ਰੂਟ s ਅਪੋਨ 6 ਪਾਈ। ਇੱਥੇ ਇਹਨੂੰ ਥੋੜਾ ਜਿਹਾ ਸੋਲਵ ਕਰਕੇ ਮੈਂ ਤੁਹਾਨੂੰ ਦਿਖਾ ਦਿਆਂ, ਇਹਨੂੰ ਸੋਲਵ ਕਰਨ ਦਾ ਕੀ ਤਰੀਕਾ ਹੁੰਦਾ ਹੈ। ਆ ਜਿਹੜੇ ਬਾਹਰ ਪਈ ਹੈ ਇਹਨੂੰ ਅੰਦਰ ਲੈ ਜਾਈਦਾ ਸਕੁਆਇਰ ਰੂਟ ਦੇ, ਜਦੋਂ ਅੰਦਰ ਜਾਂਦੀ ਹੈ ਤਾਂ ਇਹਦਾ ਸਕੁਆਇਰ ਹੋ ਜਾਂਦਾ, ਤਾਂ ਮਾਈਨਸ 6 ਮਾਈਨਸ ਤਾਂ ਬਾਹਰ ਹੈ, s ਅਪੋਨ 6 ਪਾਈ ਸੀਗਾ ਸਾਡੇ ਕੋਲੇ, ਆ ਜਿਹੜਾ 6 ਪਾਈ ਬਾਹਰੋਂ ਅੰਦਰ ਆਏਗਾ ਤਾਂ ਇਹਦੇ ਨਾਲ ਕੀ ਹੋਏਗਾ, ਇਹਦਾ ਸਕੁਆਇਰ ਹੋ ਜਾਏਗਾ, ਤਾਂ 6 ਦਾ ਸਕੁਆਇਰ 36 ਹੋ ਜਾਏਗਾ, ਪਾਈ ਦਾ ਸਕੁਆਇਰ ਪਾਈ ਸਕੁਆਇਰ ਹੋ ਜਾਏਗਾ, ਇਹ ਸਾਰਾ ਚੀਜ਼ ਸਕੁਆਇਰ ਰੂਟ ਦੇ ਵਿੱਚ ਆ ਜਾਏਗਾ। ਪਾਈ ਨਾਲ ਇੱਕ ਪਾਵਰ ਪਾਈ ਦੇ ਕੱਟੇ ਜਾਓਗੇ, 6 ਨਾਲ ਇੱਕ ਪਾਵਰ 6 ਦੇ ਕੱਟੇ ਜਾਓਗੇ, 6 ਆ ਜਾਊਗਾ, ਤੇ ਆ ਜਾਊਗਾ 6s ਪਾਈ ਜਾਂ 6 ਪਾਈ s ਕਹਿ ਦਿਓ, ਤਾਂ ਮਾਈਨਸ 6 ਪਾਈ s ਆ ਗਿਆ, ਕਿਉਂਕਿ ਇਹਦੇ ਬਾਹਰ ਮਾਈਨਸ ਸਾਈਨ ਹੈ ਤਾਂ ਮਤਲਬ ਨੈਗੇਟਿਵ ਹੈ, ਤੇ ਜੇ ਨੈਗੇਟਿਵ ਹੈ ਤਾਂ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਇਹ ਹੈ ਵੀ ਐਟ r equals to square root of 6 upon s upon 6 pi v is maximum, ਇਹ ਸਾਨੂੰ ਪਤਾ ਹੈ, ਤਾਂ v ਮੈਕਸਿਮਮ ਹੈ ਵੈਨ r equals to। ਹੁਣ r ਦੀ ਵੈਲਿਊ ਫਾਈਂਡ ਹੋ ਗਈ, ਅਸੀਂ ਪ੍ਰੂਵ ਕਰਨਾ ਸੀ r equals h equals to 2r, ਤਾਂ ਹੁਣ ਅਸੀਂ h ਦੀ ਵੀ ਵੈਲਿਊ ਫਾਈਂਡ ਕਰੀਏ ਫਿਰ ਹੀ ਸਾਨੂੰ ਪਤਾ ਚੱਲੇਗਾ ਵੀ ਉਹ 2r ਦੇ ਇਕੁਅਲ ਹੈਗਾ ਕਿ ਨਹੀਂ। ਤਾਂ h ਦੀ ਵੈਲਿਊ ਫਾਈਂਡ ਕਰਦੇ ਹਾਂ, h ਦੀ ਵੈਲਿਊ ਫਾਈਂਡ ਕਰਨ ਵਾਸਤੇ ਆਹੀ ਸਾਡੇ ਕੋਲ ਰਿਲੇਸ਼ਨ ਦਿੱਤਾ ਹੋਇਆ ਸ਼ੁਰੂ 'ਚ ਅਸੀਂ ਫਾਈਂਡ ਕੀਤਾ ਸੀ h ਇਕੁਅਲ ਟੂ, ਉਹਦੇ 'ਚ ਅਸੀਂ r ਦੀ ਵੈਲਿਊ ਪੁੱਟ ਕਰ ਦਿਆਂਗੇ ਦੋਵੇਂ ਪਾਸੇ, ਉੱਤੇ 2 ਪਾਈ r ਸਕੁਆਇਰ ਸੀ, ਹੇਠਾਂ r 2 ਪਾਈ r ਸੀਗਾ, ਦੋਵੇਂ ਥਾਵਾਂ 'ਤੇ r ਦੀ ਵੈਲਿਊ ਜਿਹੜੀ ਅਸੀਂ ਫਾਈਂਡ ਕੀਤੀ ਆ ਉਹ ਪੁੱਟ ਕਰ ਦਿਆਂਗੇ। ਤਾਂ
एस माइनस 2 पाई आर स्क्वायर हो गया अपॉन 2 पाई आर होगा। ਇਹਦਾ स्क्वायर कर देंगे तो स्क्वायर रूट हट जाएगा, एस माइनस 6 पाई हो जाएगा। आ कट के आ जाऊगा 3 तो पाई नाल पाई कट्टिया जाऊगा, ये हो जाऊगा एस अपॉन 3। एस माइनस एस अपॉन 3 एलसीएम लावांगे तो 2s अपॉन 3 हो जाएगा। तो हेठा जी चीज़ है ये उल्ट के मल्टीप्लाई हो, जो 2 पाई है 1 अपॉन 2 पाई बन जाएगा, जो आ है स्क्वायर रूट ऑफ एस अपॉन 6 पाई ये उल्ट के 6 पाई अपॉन एस हो जाएगा। हुण उस तरह इतने 2 ਨਾਲ 2 कट्टिया गया पहला तो, ठीक है। ये बचा एस अपॉन 3 पाई, एस अपॉन 3 पाई नूं अंदर लै जाएंगे तो एस का भी स्क्वायर हो गया, 3 का भी स्क्वायर हो गया, पाई का भी स्क्वायर हो गया। इत्थे भी कटिंग कर दो, एक एस नाल एस कट्टिया गया, एक पाई नाल एक पाई कट्टिया गया। आ 3 के टेबल से कट्टे गए, 3 2 का 6, 3 3 का 9, ये हो गया 2s अपॉन 3 पाई। हुण असीं इहनूं आर की फॉर्म च बदलना है। आर साडे कोल की सीगा एस अपॉन 6 पाई, एस तो उत्ते हैगा, हेठां 3 पाई की थां ते 6 पाई चाहिए। तो 6 पाई किद्दां बनेगा, जो 2 नाल मल्टीप्लाई कर देंगे तो 2 नाल फिर असीं उपर थल्ले ही मल्टीप्लाई करांगे, कल्ला हेठां मल्टीप्लाई नहीं कर देंगे। ਜਿਹੜੀ चीज़ नाल भी करांगे उपर हेठां मल्टीप्लाई करांगे, तो 2 अपॉन 2 नाल मल्टीप्लाई कर देंगे तो 2 2 का 4s अपॉन 6 पाई हो जाएगा। आ 4 है जो बाहर रख के 2 बन जाऊगा 2s अपॉन 6 पाई, तो ये s अपॉन 6 पाई की आर की वैल्यू, यदा मतलब इक्वल्स टू 2r। तो प्रूव हो गया h इक्वल्स टू 2r, यही असीं प्रूव करना।